सिख चैनल देख रही सारिया संगतां नूं वाहिगुरू जी का खालसा वाहिगुरू जी की फतेह। अज असीं पहुंचे हाँ पिंड धूरकोट जिला बरनाला दे विच। इस वक्त असीं भाई गुरसेवक जी सिंह जी के घर बैठे हाँ। भाई गुरसेवक फतेह बुलाने हैं। वाहिगुरू जी का खालसा वाहिगुरू जी की फतेह। भाई गुरसेवक सिंह जी अपना परिवारक पिछोकड़ दसो संगतां। वाहिगुरू जी का खालसा वाहिगुरू जी की फतेह। दास दे 5 भैन भरा जी, माता पिता मजदूरी करते हैं, दिहाड़ी किरत विरत करते हैं कि होर मेहनत करके बस टाइम पास करते हैं आपदा। दास भाई गुरसेवक सिंह जी धूरकोट 2009 ਦੇ ਵਿੱਚ ਮੰਡੀ ਗੋਲੂਵਾਲਾ ਉੱਥੋਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਉਹਨਾਂ ਦੇ ਕੋਲੇ ਬਕਾਇਦਾ ਗ੍ਰੰਥੀ ਸਿੰਘ ਦੀ ਡਿਊਟੀ ਕਰ ਰਿਹਾ ਸੀ। ਜੋ ਇਹ ਸੂਰਜਮੁਨੀ ਦੀ ਘਟਨਾ ਵਾਪਰੀ ਉਹਦੇ ਵਿੱਚ साढ़े 4 ਸਿੰਘਾਂ ਦੇ जो ਨਾਂ ਕਾਨੂੰਨ ने प्रशासन ने ਲਏ ਨੇ, ਉਹਦੇ ਵਿੱਚ ਜੇਲ੍ਹ भी ਕੱਟੀ ਆ। ਉਪਰੰਤ 9 ਤਰੀਕ ਦਾ जो फैसला होया 2 ਸਿੰਘਾਂ ਨੂੰ ਉਮਰ कैद ਹੋਈ ਆ ਅਤੇ 2 ਜਾਣੇ ਅਸੀਂ ਬਰੀ ਹੋ ਗਏ। ਹੁਣ ਸਾਡੇ ਨਾਲ ਬੈਠੇ ਨੇ ਆਪਣੇ ਰਾਜਸਥਾਨ ਤੋਂ ਸਿੰਘ ਆਏ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤੇਜਿੰਦਰਪਾਲ ਸਿੰਘ ਟਿੰਮਾ, ਮੇਰੀ ਪੀਰੀ ਖਾਲਸਾ ਫੌਜ ਰਾਜਸਥਾਨ ਤੋਂ। 14 ਫਰਵਰੀ 2012 ਦੀ ਉਹ ਮੰਦਭਾਗੀ ਘਟਨਾ ਸੀ ਜਦੋਂ ਹਰਿਆਣਾ ਦੇ ਚੋਟਾਲਾ ਮਾਈਨਰ ਚੋਂ ਉੱਥੇ ਖੇਤਾਂ 'ਚ ਕੰਮ ਕਰ ਰਹੇ ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗ, ਜਿਹਨੂੰ ਆਪਾਂ ਪੱਤਰੇ ਕਹਿੰਦੇ ਆ, ਉਹ ਮਿਲੇ। ਉਹ ਅੰਗ ਵੇਖ ਕੇ ਉੱਥੇ ਸਿੱਖਾਂ 'ਚ ਹਾਹਾਕਾਰ ਮਚ ਗਿਆ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਦੇ ਇਹ ਪੱਤਰੇ ਅੰਗ ਇਹ ਚੋਟਾਲਾ ਮਾਈਨਰ 'ਚ ਮਿਲੇ ਆ। ਜਿੱਧਰੋਂ ਦੇ ਪਾਣੀ ਆ ਰਿਹਾ ਸੀ, ਸਿੰਘਾਂ ਦਾ ਕਾਫਲਾ ਉਹਦੀ ਭਾਲ ਵਿੱਚ ਪਿੱਛੇ ਗਿਆ। ਜਿੱਥੇ ਕਾ ਮੋਗਾ ਸੀ, ਮੋਗੇ ਵਿੱਚ ਉੱਥੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਰਾਮਦ ਹੋਏ। ਇਸ ਗੱਲ ਦਾ ਜਦੋਂ ਸਿੱਖ ਜਥੇਬੰਦੀ ਪਤਾ ਲੱਗਿਆ, ਰਾਜਸਥਾਨ 'ਚ ਬੜੇ ਵੱਡੇ ਪੱਧਰ 'ਤੇ ਸਮਾਜਿਕ ਬੁਰਾਈਆਂ ਦੇ ਖਿਲਾਫ, ਧਰਮ ਦੇ ਕਾਜ ਦੇ ਖਿਲਾਫ, ਪੰਥ ਦੋਖਿਆਂ ਦੇ ਖਿਲਾਫ ਜਿਹਾਦ ਛੇੜਨ ਵਾਲੇ, ਸੰਘਰਸ਼ ਕਰਨ ਵਾਲੇ ਬਾਬਾ ਅਮਰਤਪਾਲ ਸਿੰਘ ਜੀ ਗੋਲੂਵਾਲਾ ਵਾਲੇ, ਸਰਦਾਰ ਅਜੀਤ ਸਿੰਘ ਜੀ ਲੱਖੀਆਂ, ਇਹ ਸਾਰੇ ਵੀਰ ਉੱਥੇ ਪਹੁੰਚੇ। ਉੱਥੇ ਪਹੁੰਚ ਕੇ ਮਹਾਰਾਜ ਜੀ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਉਸ ਨਹਿਰ ਵਿੱਚੋਂ, ਖਾਲ ਵਿੱਚੋਂ ਕੱਢਿਆ ਤੇ ਜਦੋਂ ਸਾਰਾ ਚੈੱਕ ਕੀਤਾ ਤੇ ਉਹਦੇ ਉੱਪਰ ਇੱਕ ਮੋਬਾਈਲ ਨੰਬਰ ਮਿਲਿਆ। ਪੁਲਿਸ ਵੀ ਬੜੀ ਵੱਡੇ ਪੱਧਰ 'ਤੇ ਪਹੁੰਚ ਗਈ, ਸਿੱਖ ਜਥੇਬੰਦੀਆਂ ਪਹੁੰਚ ਗਈਆਂ, ਸਿੰਘਾਂ ਦਾ ਬੜਾ ਵੱਡਾ ਕਾਫਲਾ ਉੱਥੇ ਪਹੁੰਚਿਆ। ਉਸ ਮੋਬਾਈਲ ਸੀ ਕੋਈ ਪੀਲੀ ਬੰਗਾ ਮੰਡੀ ਦੇ ਕਿਸੇ ਅਗਰਵਾਲ ਪਰਿਵਾਰ ਦਾ, ਕੋਈ ਬਣੀਆ ਪਰਿਵਾਰ ਸੀਗਾ। ਉਹਨਾਂ ਨਾਲ ਸੰਪਰਕ ਕੀਤਾ ਗਿਆ ਤਾਂ ਸੰਪਰਕ ਕਰਨ 'ਤੇ ਪਤਾ ਲੱਗਿਆ ਕਿ ਇਸ ਦੇ ਘਰੇ ਜਿਹੜਾ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਇਆ ਸੀ ਇਸ ਅਗਰਵਾਲ ਪਰਿਵਾਰ ਨੇ, ਤੇ ਸੂਰਜਮੁਨੀ ਇੱਕ ਉੱਥੇ ਦਾ ਡੇਰੇ ਦਾ ਸੰਚਾਲਕ ਹੈ ਪੀਲੀ ਬੰਗਾ ਮੰਡੀ 'ਚ, ਉਸ ਨੇ ਉੱਥੇ ਉਹ ਅਖੰਡ ਪਾਠ ਪ੍ਰਕਾਸ਼ ਕੀਤਾ ਸੀਗਾ। ਇਹ ਜੋ ਲੜੀ ਹੈ ਛਾਣਬੀਨ ਦੀ, ਇਹ ਪੁਲਿਸ ਦੇ ਨਾਲ ਮਿਲ ਕੇ ਸੂਰਜਮੁਨੀ ਤੱਕ ਪਹੁੰਚੀ। ਉੱਥੇ ਪਤਾ ਲੱਗਿਆ ਕਿ ਸੂਰਜਮੁਨੀ ਜਿਹੜਾ ਇੱਕ ਪਖੰਡੀ ਸਾਧੂ ਸੀਗਾ, ਉਸ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਉੱਪਰ ਸੂਏ ਮਾਰ ਕੇ ਉਹ ਸਰੂਪ ਨੂੰ ਉੱਥੇ ਨਹਿਰ 'ਚ ਜਲ ਪ੍ਰਵਾਹ ਕਰ ਦਿੱਤਾ। ਉਪਰੰਤ ਜਦੋਂ ਡੇਰੇ ਦੀ ਤਲਾਸ਼ੀ ਲਈ ਗਈ, ਜਿਸ ਸਥਾਨ 'ਤੇ ਸੂਰਜਮੁਨੀ ਉਹ ਪਖੰਡੀ ਸਾਧ ਬੈਠਾ ਸੀਗਾ, ਉਸ ਸਥਾਨ ਦੇ ਉਹਦੇ ਆਸਣ ਦੇ ਥੱਲਿਓਂ ਗੁਰੂ ਗ੍ਰੰਥ ਸਰੂਪ ਮਿਲੇ। ਇਹ ਵੇਖ ਕੇ ਬੜਾ ਵੱਡਾ ਰੋਹ ਪੈਦਾ ਹੋਇਆ ਸਿੰਘਾਂ 'ਚ ਵੀ ਐਡਾ ਵੱਡਾ ਪਾਪ ਕਰ ਰਿਹਾ ਪਖੰਡੀ ਇੱਥੇ ਬੈਠਾ। ਪੁਲਿਸ ਮੌਜੂਦ ਸੀ, ਸਿੰਘਾਂ ਦਾ ਵਸ ਨਹੀਂ ਚੱਲਿਆ, ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪਛਤਾਚਾ ਵਜੋਂ ਇਲਾਕੇ ਦੀ ਸਿੱਖ ਸੰਗਤਾਂ ਨੇ ਉੱਥੇ ਅਖੰਡ ਪਾਠ ਸਾਹਿਬ ਕਰਾਏ। ਜਥੇਦਾਰ ਅਕਾਲ ਤਖਤ ਸਾਹਿਬ, ਜਥੇਦਾਰ ਆਨੰਦਗੜ੍ਹ ਸਾਹਿਬ ਸਾਰੇ ਪਹੁੰਚੇ। ਇਹ ਘਟਨਾ ਦੇ ਰੋਸ ਵਜੋਂ ਉੱਥੇ ਬਾਬਾ ਅਮਰਤਪਾਲ ਸਿੰਘ ਜੀ ਸਮੁੱਚੇ ਸਿੱਖ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਸੀਗਾ ਵੀ ਇਹ ਬੜਾ ਵੱਡਾ ਪਾਪ ਕੀਤਾ, ਇਸ ਕਰਕੇ ਸਮੁੱਚੀ ਸੰਗਤ ਇਸ ਨੂੰ ਖਾਲਸਾਈ ਰਿਵਾਇਤਾਂ ਦੇ ਮੁਤਾਬਕ ਸਜ਼ਾ ਦੇਊਗੀ। ਜੇ ਸਰਕਾਰ ਨੇ ਸਜ਼ਾ ਨਾ ਦਿੱਤੀ ਤਾਂ ਹੋਇਆ ਕਿ ਗ੍ਰਿਫਤਾਰ ਹੋਇਆ। ਗ੍ਰਿਫਤਾਰ ਹੋਣ ਤੋਂ ਬਾਅਦ ਫਰਵਰੀ ਦੀ ਘਟਨਾ ਹੈ ਤੇ ਜੂਨ ਵਿੱਚ ਉਸ ਨੂੰ ਰਿਹਾ ਕਰ ਦਿੱਤਾ ਗਿਆ। ਹਰ ਬੰਨੇ ਗੁੱਸੇ ਦੀ ਲਹਿਰ ਸੀ। ਪੁਲਿਸ ਰਿਕਾਰਡ ਦੇ ਮੁਤਾਬਕ ਕਿ ਉਸ ਕੇਸ ਵਿੱਚ ਬਾਬਾ ਅਮਰਤਪਾਲ ਸਿੰਘ ਜੀ, ਉਹਨਾਂ ਨਾਲ 3 ਸਿੰਘ ਹੋਰ ਸਨ, ਬਾਬਾ ਨਗਿੰਦਰ ਸਿੰਘ ਜੀ, ਭਾਈ ਗੁਰਸੇਵਕ ਸਿੰਘ ਧੂਰਕੋਟ ਤੇ ਭਾਈ ਨਿਰਮਲ ਸਿੰਘ ਖਰਲੀਆਂ। ਇਹ ਪੁਲਿਸ ਦੀ ਕੇਸ 'ਚ ਡਾਇਰੀ ਕਹਿ ਰਹੀ ਹੈ ਕਿ 4 ਸਿੰਘਾਂ ਨੇ ਉਹਦੇ ਡੇਰੇ 'ਚ ਜਾ ਕੇ ਉਸ ਨੂੰ ਉੱਥੇ ਹੀ ਥਾਂ ਮਾਰ ਦਿੱਤਾ। ਮਾਰਨ ਤੋਂ ਬਾਅਦ ਇਹ ਸਿੰਘ ਗੁਰਦੁਆਰਾ ਸਾਹਿਬ ਪਹੁੰਚੇ, ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕੀਤੀ। ਅਰਦਾਸ ਕਰਕੇ ਤੇ ਇਹਨਾਂ ਨੇ ਇਹ ਸ਼ੁਕਰਾਨਾ ਸਤਿਗੁਰਾਂ ਦਾ ਕਿ ਅਸੀਂ ਇਸ ਦੁਸ਼ਟ ਸੋਧਾ ਲਾਇਆ। ਇਹ ਸਾਰਾ ਜੋ ਪੁਲਿਸ ਰਿਕਾਰਡ ਦੇ ਵਿੱਚ ਦਰਜ ਹੈ। ਇਹ ਕੇਸ ਚੱਲਿਆ। ਸਿੰਘਾਂ ਸਿੱਖ ਸੰਗਤਾਂ ਦਾ ਬੜਾ ਵੱਡਾ ਜਿਹੜਾ ਇਹ
ਕਾਫਲਾ ਸੀਗਾ, ਸਿੰਘ ਸੰਗਤ ਦਾ ਬੜਾ ਵੱਡਾ ਸਹਿਯੋਗ ਇਹਨਾਂ ਸਿੰਘਾਂ ਨੂੰ ਮਿਲਿਆ, ਕਿਉਂਕਿ ਇਹ ਸਿੰਘਾਂ ਨੇ ਹਮੇਸ਼ਾ ਹੀ ਪੰਥ ਦੀ ਚੜ੍ਹਦੀ ਕਲਾ ਵਾਸਤੇ, ਪੰਥ ਦੇ ਉਜਲੇ ਭਵਿੱਖ ਦੀ ਖਾਤਰ, ਪੰਥਕ ਬਿਹਤਰੀ ਵਾਸਤੇ ਸਿਰ ਤੋੜ ਯਤਨ ਕੀਤੇ ਹਨ, ਹਰ ਹੀਲੇ ਵਸੀਲੇ ਵਰਤੇ ਹਨ। ਇਹ ਇਹਨਾਂ ਨੇ ਜਿਹੜਾ ਦਰਦ ਹੈ, ਜਿਹੜੀ ਪੀੜਾ ਆਪਣੇ ਪਿੰਡੇ ਤੇ ਹੰਡਾਈ, ਹਰੇਕ ਸੰਘਰਸ਼ ਵਿੱਚ ਅੱਗੇ ਵੱਧ ਕੇ ਇੱਕ ਆਗੂ ਵਜੋਂ ਇਹਨਾਂ ਨੇ ਲੜਾਈ ਲੜੀ। ਇਸ ਕਰਕੇ ਸਾਰੀ ਸੰਗਤ ਦਾ ਸਹਿਯੋਗ ਨਾਲ ਸੀਗਾ। 5 ਮਹੀਨਿਆਂ ਬਾਅਦ ਇਹ ਸਿੰਘਾਂ ਦੀ ਜ਼ਮਾਨਤ ਹੋਈ। ਇਸ 8 ਤਰੀਕ ਨੂੰ ਇਸ ਕੇਸ ਦਾ ਫੈਸਲਾ ਆਇਆ। ਇਸ ਕੇਸ ਵਿੱਚੋਂ ਬਾਬਾ ਅਮਰਤਪਾਲ ਸਿੰਘ ਜੀ ਗੋਲੂਵਾਲਾ ਵਾਲੇ ਤੇ ਭਾਈ ਗੁਰਸੇਵਕ ਸਿੰਘ ਜੀ ਧੂਰਕੋਟ ਇਹਨਾਂ ਨੂੰ ਬਰੀ ਕਰ ਦਿੱਤਾ ਗਿਆ, ਅਤੇ ਬਾਬਾ ਨਗਿੰਦਰ ਸਿੰਘ ਜੀ ਅਤੇ ਭਾਈ ਨਿਰਮਲ ਖਰਲੀਆਂ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ। ਇਹ ਭਲੇ ਲੋਕੋ, ਇਹ ਬੜੇ ਦੁੱਖ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਤੇ ਸਤਿਕਾਰ ਦੀ ਖਾਤਰ ਇਹ ਕਿਰਤੀ ਸਿੱਖਾਂ ਨੇ, ਜਿਨ੍ਹਾਂ ਅੱਜ ਅਸੀਂ ਗੁਰਸੇਵਕ ਧੂਰਕੋਟ ਦੇ ਘਰ 'ਚ ਬੈਠੇ ਹਾਂ, ਕੱਚੀਆਂ ਕੰਧਾਂ ਦਾ ਘਰ, ਪਰ ਸਿੱਖੀ ਪ੍ਰਤੀ ਮਨ 'ਚ ਭਾਵਨਾ, ਚਾਓ ਕਿੰਨਾ ਵੱਡਾ ਕਿ ਇੰਨੀ ਵੱਡੀ ਕੁਰਬਾਨੀ ਕਰਕੇ ਵੀ ਅੱਜ ਸਿੱਖ ਗੁਰੂ ਦਾ ਸ਼ੁਕਰਾਨਾ ਕਰ ਰਹੇ ਹੈ। ਰਾਜਸਥਾਨ ਦੀ ਸਮੁੱਚੀ ਸਿੱਖ ਸੰਗਤ ਇਹਨਾਂ ਵੀਰਾਂ ਦੇ ਬਾਬਾ ਅੰਮ੍ਰਿਤਸਰ ਦੇ ਨਾਲ ਹੈ, ਜਿਨ੍ਹਾਂ ਨੇ ਐਡੀ ਵੱਡੀ ਘਾਲਣਾ ਘਾਲੀ, ਐਡੀ ਵੱਡੀ ਕੁਰਬਾਨੀ ਕੀਤੀ। ਇਸ ਕੇਸ ਵਿੱਚ ਅਸੀਂ ਸਾਰੇ ਸੰਗਤਾਂ ਨੇ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਹੈ। ਹਾਈ ਕੋਰਟ ਬਾਰ ਸੰਘ ਦੇ ਜੋ ਪ੍ਰੈਜ਼ੀਡੈਂਟ ਮਨੋਜ ਗਰਗ ਜੀ ਬੜੇ ਨਾਮਚੀਨ ਵਕੀਲ ਹਨ, ਉਹਨਾਂ ਨੇ ਇਹ ਕੇਸ ਆਪਣੇ ਹੱਥ 'ਚ ਲਿਆ ਹੈ। ਇਹ ਸਿੰਘਾਂ ਨੂੰ ਜੇਲ੍ਹ 'ਚੋਂ ਰਿਹਾ ਕਰਾਉਣ ਵਾਸਤੇ ਜੋ ਉੱਥੇ ਅਪੀਲ ਦਾਇਰ ਕੀਤੀ ਗਈ ਹੈ, ਅਸੀਂ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਪਿਆਰਿਓ, ਇਹ ਆਮ ਸਧਾਰਨ ਕਿਰਤੀ ਸਿੱਖ ਹਨ, ਕੋਈ ਬਹੁਤ ਵੱਡੇ ਸਰਮਾਏਦਾਰ ਨਹੀਂ, ਬਹੁਤ ਵੱਡੇ ਕੋਠੀਆਂ ਕਾਰਾਂ ਦੇ ਮਾਲਕ ਨਹੀਂ, ਬਹੁਤ ਵੱਡਾ ਕਾਰੋਬਾਰ ਇਹਨਾਂ ਦਾ ਬਿਜ਼ਨਸ ਨਹੀਂ ਚੱਲਦਾ, ਆਮ ਬੜੇ ਸਧਾਰਨ ਦੇ ਪਰਿਵਾਰਾਂ 'ਚੋਂ ਇਹ ਸਾਰੇ ਵੀਰ ਹਨ। ਸੋ ਤੁਹਾਨੂੰ ਅਸੀਂ ਪੁਰਜੋਰ ਅਪੀਲ ਕਰਦੇ ਹਾਂ ਕਿ ਸਿਰਫ ਇਹੀ ਕੇਸ ਨਹੀਂਗਾ। ਜਦ ਤੋਂ ਰਾਮ ਰਹੀਮ ਪਖੰਡੀ ਦਾ 2006 ਤੋਂ ਉਸਨੇ ਗੁਰੂ ਘਰ ਨਾਲ ਟਾਕਰਾ ਲਿਆ, ਗੁਰੂ ਗੋਬਿੰਦ ਸਿੰਘ ਰੀਸ ਕਰਕੇ ਉਹਨੇ ਜੋ ਪਖੰਡ ਦੀ ਦੁਕਾਨ ਵੱਡੇ ਪੱਧਰ ਸ਼ੁਰੂ ਕੀਤੀ, ਉਸ ਸੰਘਰਸ਼ ਵਿੱਚ ਵੀ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ। ਗੋਲੂਵਾਲਾ ਮੰਡੀ, ਗੁਰਮੀਤ ਰਾਮ ਰਹੀਮ ਜਿਹੜਾ ਪਖੰਡੀ ਸਾਧੂ ਹੈ, ਉਹਦੇ ਘਰ ਤੋਂ ਕੁਛ 10-12 ਕਿਲੋਮੀਟਰ ਵਿਚ ਤੇ ਹੈ, ਬੜਾ ਵੱਡਾ ਪਸਾਰਾ ਹੈ ਉਹਦਾ, ਬੜੀ ਵੱਡੀ ਤਾਦਾਦ 'ਚ ਉੱਥੇ ਉਹਨੇ ਪਖੰਡ ਦੀ ਦੁਕਾਨ ਚਲਾ ਰੱਖੀ ਹੈ। ਇਹ ਸਿੰਘ ਹਨ ਬਾਬਾ ਅਮਰਤਪਾਲ ਸਿੰਘ ਜੀ, ਬਾਬਾ ਨਗਿੰਦਰ ਸਿੰਘ ਜੀ, ਭਾਈ ਗੁਰਸੇਵਕ ਸਿੰਘ, ਭਾਈ ਨਿਰਮਲ ਸਿੰਘ ਖਰਲੀਆਂ, ਵੀਰੇ ਜੀ ਸੀ ਲੱਖਿਆਂ ਵਰਗੇ ਵੀਰ, ਇਹ ਉਹ ਵੀਰ ਹਨ ਜਿਹੜੇ ਲਗਾਤਾਰ ਇਸ ਲੜਾਈ ਲੜ ਰਹੇ ਹੈ। ਇਹ ਲੜਾਈ ਇਹਨਾਂ ਨੇ ਸਿਰਫ ਅਖਬਾਰਾਂ 'ਚ ਨਹੀਂ ਪੜ੍ਹੀ, ਟੀਵੀ 'ਤੇ ਨਹੀਂ ਵੇਖੀ, ਇਹ ਸਾਰੀ ਲੜਾਈ, ਸਾਰਾ ਸੰਤਾਪ, ਸਾਰੀ ਪੀੜਾ ਇਹਨਾਂ ਆਪਣੇ ਪਿੰਡੇ ਤੇ ਹੰਡਾਈ ਹੈ। ਅੱਜ ਅਸੀਂ ਤੁਹਾਨੂੰ ਪੁਰਜੋਰ ਅਪੀਲ ਕਰਦੇ ਹਾਂ ਕਿ ਗੁਰੂ ਪਿਆਰਿਓ, ਤੁਸੀਂ ਜਿੱਥੇ ਮਰਜ਼ੀ ਦੂਰ ਦੁਰਾਡੇ ਵਿਦੇਸ਼ਾਂ 'ਚ ਬੈਠੇ ਹੋ, ਆਪਣਾ ਪੰਥਕ ਫਰਜ਼, ਆਪਣਾ ਪੰਥਕ ਧਰਮ ਨਿਭਾਓ ਅਤੇ ਇਹਨਾਂ ਵੀਰਾਂ ਦੀ ਤਨ ਮਨ ਧਨ ਨਾਲ ਸਹਿਯੋਗ ਕਰੋ, ਤਾਂ ਕਿ ਕੱਲ੍ਹ ਵੀ ਕੋਈ ਵੀ ਉੱਠਣ ਸਿੰਘ ਸੂਰਮਾ ਇਸ ਕੋਲ ਪਰੇਸ਼ਾਨ ਨਾ ਹੋਵੇ ਕਿ ਅਸੀਂ ਗੁਰੂ ਘਰ 'ਚ ਐਡੀ ਵੱਡੀ ਸੇਵਾ ਕੀਤੀ ਤੇ ਅੱਜ ਸਾਡੇ ਪਰਿਵਾਰ ਵਾਲੇ, ਸਾਡੇ ਬੱਚੇ, ਸਾਡੀ ਭੈਣਾਂ ਸੜਕਾਂ ਤੇ ਰੋਲੇ ਫਿਰਦੇ ਹਨ। ਨਾ ਹੀ ਇਹ ਸੋਚ ਕੇ ਇਹਨਾਂ ਨੇ ਸੇਵਾ ਕੀਤੀ ਹੈ ਵੀ ਸਾਡੇ ਪਰਿਵਾਰ ਦਾ ਕੋਈ ਸਹਿਯੋਗ ਕਰੇ। ਅੱਜ ਸਾਡਾ ਸਭ ਦਾ ਪੰਥਕ ਫਰਜ਼ ਹੈ ਕਿ ਅਸੀਂ ਰਲ ਮਿਲ ਕੇ ਇਹਨਾਂ ਪਰਿਵਾਰਾਂ ਦੀ ਸਾਰ ਸੰਭਾਲ ਲਈਏ, ਅਤੇ ਜਿਹੜੇ ਵੀਰ ਜੇਲ੍ਹਾਂ 'ਚ ਬੰਦ ਹਨ, ਸਰਕਾਰ ਦਾ ਫੈਸਲਾ, ਕੋਰਟ ਦਾ ਫੈਸਲਾ ਹੈ ਕਿ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਇਹ ਜੇਲ੍ਹਾਂ ਦੀ ਕਾਲ ਕੋਠੀਆਂ ਵਿੱਚ ਰਹਿਣਗੇ। ਇਹ ਬੜਾ ਵੱਡਾ ਫੈਸਲਾ ਹੈ। ਇਸ ਕਰਕੇ ਤੁਹਾਨੂੰ ਅਪੀਲ ਕਰਦੇ ਹਾਂ ਕਿ ਆਪ ਜੀ ਵੀ ਤਨ ਮਨ ਧਨ ਨਾਲ ਇਹਨਾਂ ਪਰਿਵਾਰਾਂ ਦਾ, ਬਾਬਾ ਅਮਰਤਪਾਲ ਸਿੰਘ ਦਾ ਸਹਿਯੋਗ ਕਰੋ, ਤਾਂ ਕਿ ਆਉਣ ਵਾਲੀ ਪੀੜ੍ਹੀਆਂ, ਆਉਣ ਵਾਲੀ ਨਸਲਾਂ ਬੜੇ ਫਖਰ ਤੇ ਮਾਣ ਨਾਲ, ਬੜੀ ਚੜ੍ਹਦੀ ਕੇ ਨਾਲ ਅਤੇ ਆਪਣੇ ਪੰਥਕ ਆਸ਼ੇ ਵਾਸਤੇ ਪੂਰਾ ਕਰਨ ਵਾਸਤੇ ਸਿਰ ਧੜ ਦੀ ਬਾਜ਼ੀ ਲਾਉਣ ਤੋਂ ਗੁਰੇਜ਼ ਨਾ ਕਰਨ। ਇੰਨੇ ਵੱਡੇ ਪੱਧਰ ਤੇ ਕੁਰਬਾਨੀਆਂ ਕਰਕੇ, ਸਿਰਾਂ ਦੇ ਸਿਰ ਸ਼ਹੀਦੀਆਂ ਪਾ ਕੇ, ਸਰਹੱਦਾਂ ਤੇ ਜਾਨਾਂ ਦੀ ਬਾਜ਼ੀਆਂ ਲਗਾ ਕੇ ਸਿੱਖ ਕੌਮ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ, ਪਰ ਲਗਾਤਾਰ ਸਿੱਖਾਂ ਨਾਲ ਧੱਕੇ ਹੋ ਰਹੇ ਹੈ। ਅੱਜ ਜੇ ਸੂਰਜ ਮੁਨੀ ਨੂੰ ਗੱਡੀ ਚੜਾਇਆ ਗਿਆ ਤਾਂ ਬਾਬਾ ਅਮਰਤਪਾਲ ਸਿੰਘ ਜੀ ਅਤੇ ਸਮੁੱਚੇ ਸਿੰਘਾਂ ਤੇ 302 ਦਾ ਕੇਸ ਦਰਜ ਕੀਤਾ, ਜਦਕਿ ਸੁਪਰੀਮ ਕੋਰਟ ਦੀ ਰੂਲਿੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਸਾਬਤ ਸੁਰ ਗੁਰੂ ਮੰਨਿਆ ਗਿਆ ਹੈ, ਇਹ ਜਗ ਦੀ ਜੋਤ ਮੰਨਿਆ ਗਿਆ ਹੈ, ਅਤੇ ਸਪਸ਼ਟ ਆਦੇਸ਼ ਹੈ ਸੁਪਰੀਮ ਕੋਰਟ ਵੱਲੋਂ ਕਿ ਜੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਵੀ ਬੇਦਬੀ ਕਰਦਾ ਜਾਂ ਇਸ ਤਰ੍ਹਾਂ ਕੋਈ ਮਾੜੀ ਹਰਕਤ ਕਰਦਾ, ਮੰਦਭਾਗੀ ਕੋਈ ਘਟਨਾ ਹੁੰਦੀ ਹੈ, ਤਾਂ 302 ਦੇ ਤਹਿਤ ਉਹਦੇ ਖਿਲਾਫ ਕੇਸ ਦਰਜ ਹੋਊਗਾ। ਪਰ ਸਰਕਾਰ ਨੇ ਵੋਟਾਂ ਦੀ ਖਾਤਰ ਸੂਰਜਮੁਨੀ ਤੇ 295 ਇਹ ਧਾਰਾ ਲਾਈ। ਇਸ ਕਰਕੇ ਸਿੱਖਾਂ 'ਚ ਬੜਾ ਵੱਡਾ ਰੋਸ ਸੀਗਾ ਵੀ ਸਰਕਾਰ ਹਰ ਹੀਲੇ ਵਸੀਲੇ ਸਿੱਖ ਕੌਮ ਨੂੰ ਖਤਮ ਕਰਨ ਦੀਆਂ ਕੁਝੀਆਂ ਚਾਲਾਂ ਚੱਲ ਰਹੀ ਹੈ। ਅੱਜ ਸਿੱਖ ਜਥੇਬੰਦੀਆਂ ਇੱਕ ਵਾਰ ਫਿਰ ਸਰਕਾਰ ਤੋਂ ਮੰਗ ਕਰਦੀਆਂ ਕਿ ਸਰਕਾਰ ਇਹ ਫੈਸਲਾ ਕਰੇ ਕਿ ਸਿੱਖਾਂ ਨੂੰ ਉਹਨਾਂ ਦੇ ਕੀਤੀਆਂ ਕੁਰਬਾਨੀ ਦਾ ਸਦਕਾ ਉਹਨਾਂ ਦੇ ਹੱਕ ਹਕੂਕ ਦੇਣਾ ਚਾਹੁੰਦੀ ਹੈ ਨਹੀਂ। ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਰੂਲਿੰਗ ਸੁਪਰੀਮ ਕੋਰਟ ਦੀ ਹੈ,
ਜੇ ਉਹਦੇ ਤੇ ਸਰਕਾਰ ਹੀ ਪਹਿਰਾ ਨਹੀਂ ਦੇਊਗੀ, ਜੇ ਸਿੰਘ ਆਕੀ ਹੋ ਕੇ ਉਹਨਾਂ ਫੈਸਲਿਆਂ ਦੇ ਖਿਲਾਫ ਸੜਕਾਂ ਤੇ ਉਤਰ ਆਏ ਤੇ ਸ਼ਹਿਰ ਤੇ ਦੇਸ਼ ਦੇ ਹਾਲਾਤ ਕੀ ਹੋਣਗੇ? ਇਹ ਜ਼ਿੰਮੇਵਾਰੀ ਸਾਰੇ ਹਿੰਦੁਸਤਾਨ ਸਰਕਾਰ ਦੀ ਹੋਊਗੀ। 11 ਜੀ ਦੀ ਘਟਨਾ ਵੇਖ ਲਓ, ਇੱਕ ਪਖੰਡੀਆਂ ਵੱਲੋਂ ਮੜੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਗਿਆ ਕਿ ਸਿੱਖਾਂ ਨੇ ਜਾ ਕੇ ਉੱਥੇ ਪ੍ਰੋਟੈਸਟ ਕੀਤਾ। ਅੱਜ 20-25 ਦਿਨ ਹੋ ਗਏ ਆ ਇਹ ਘਟਨਾ ਵਿਸ਼ਵ ਪੱਧਰ ਤੇ ਚੱਲੀ, ਸਰਕਾਰ ਨੇ ਉਸ ਪਖੰਡੀ ਦੇ ਖਿਲਾਫ ਫੈਸਲਾ ਨਹੀਂ ਲਿਆ। ਜੇ ਕੱਲ ਖੁਦਾ ਨਾ ਖਾਸਤਾ ਕੋਈ ਸਿੱਖ ਆਪ ਆਪਣੇ ਹੱਥੀ ਇਸ ਗੱਲ ਦਾ ਨਿਆਂ ਕਰਦੇ ਆ, ਫਿਰ ਹਾਲਾਤ ਵਿਗੜਨਗੇ, ਫਿਰ ਇਹੀ ਜੇਲ੍ਹਾਂ ਦੀ ਕਾਲ ਕੋੜੀਆਂ, ਇਹੀ ਫਾਂਸੀਆਂ ਦੇ ਰੱਸੇ, ਇਹੀ ਉਮਰ ਕੈਦਾਂ ਦੁਬਾਰਾ ਫਿਰ ਚਾਲੂ ਹੋਣਗੀਆਂ। ਇਸ ਕਰਕੇ ਅਸੀਂ ਵਾਰ-ਵਾਰ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਸਿੱਖਾਂ ਦੇ ਬਣਦੇ ਹੱਕ, ਸਿੱਖ ਕੌਮ ਦਾ ਬਣਦਾ ਮਾਣ ਸਨਮਾਨ ਬਹਾਲ ਕੀਤਾ ਜਾਏ, ਤਾਂ ਕਿ ਜਿਹਦੀ ਬਦੌਲਤ ਹਿੰਦੁਸਤਾਨ ਵਿੱਚ ਇੱਕ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਾ ਬਣਿਆ ਰਹੇ। ਹੁਣ ਸਾਡੇ ਨਾਲ ਹਨ ਬਾਬਾ ਅਮਰਤਪਾਲ ਸਿੰਘ ਜੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੂਰਜਮੁਨੀ ਦੇ ਕੇਸ ਬਾਰੇ ਕੀ ਗੱਲ ਕਰਨਾ ਚਾਹੁੰਦੇ ਹੋ? ਸੂਰਜਮੁਨੀ ਬਾਰੇ ਜਿਹੜੇ ਉਸ ਪਖੰਡੀ ਨੇ ਇੱਕ ਪਖੰਡ ਦੀ ਦੁਕਾਨ ਚਲਾ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪਾਂ ਦੀ ਬੇਅਦਬੀ ਕੀਤੀ, ਉਹਦੇ ਬਾਰੇ ਵਿਸਥਾਰ ਨਾਲ ਗੁਰਮੁਖ ਪਿਆਰਿਆਂ ਨੇ ਤੁਹਾਨੂੰ ਦੱਸ ਦਿੱਤਾ। ਪਰ ਜਦੋਂ ਤੱਕ ਮੈਂ ਇੱਕ ਬੇਨਤੀ ਕਰਨੀ ਚਾਹਣਾ, ਜਿਸ ਤਰ੍ਹਾਂ ਸਾਡੇ ਗੁਰਮੁਖ ਪਿਆਰੇ ਬੋਲ ਰਹੇ ਸੀ, ਜਦ ਤੱਕ ਹਿੰਦੁਸਤਾਨ ਦੀਆਂ ਅਦਾਲਤਾਂ 'ਚ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਦਾ, ਸਿੱਖਾਂ ਨਾਲ ਨਿਆਂ ਦੀ ਗੱਲ ਨਹੀਂ ਹੁੰਦੀ, ਉਦੋਂ ਤੱਕ ਸਿੰਘਾਂ ਦਾ ਹਿੰਦੁਸਤਾਨ ਦੀਆਂ ਜੇਲ੍ਹਾਂ 'ਚ ਆਉਣਾ ਜਾਣਾ ਇਸ ਤਰ੍ਹਾਂ ਹੀ ਲੱਗਿਆ ਰਹਿਣਾ। ਚਾਹੇ ਉਹ ਸੂਰਜਮੁਨੀ ਦੀ ਗੱਲ ਹੋਏ, ਚਾਹੇ ਹੁਣ ਸਾਡੇ 11 ਜੀ ਦੀ ਘਟਨਾ ਰਾਜਸਥਾਨ ਦੇ ਵਿੱਚ, ਚਾਹੇ ਉਦੋਂ ਪਹਿਲਾਂ ਤੋਂ ਲਾ ਕੇ ਮੁੱਢ ਕਦੀਮ ਤੋਂ ਲਾ ਕੇ ਦੇਖ ਲਈਏ, ਕਿਉਂਕਿ ਸਾਨੂੰ ਬਾਰ-ਬਾਰ ਪਰਖਿਆ ਜਾਂਦਾ, ਬਾਰ-ਬਾਰ ਸਾਡੇ ਤੇ ਤਸੱਦਦ ਕਰਨ ਦੀ ਗੱਲ ਆ, ਚਾਹੇ ਉਹ ਮਾਨਸਿਕ ਤੌਰ ਤੇ ਆ, ਚਾਹੇ ਸਰੀਰਕ ਤੌਰ ਤੇ ਆ, ਕਿਵੇਂ ਨਾ ਕਿਵੇਂ ਕਰਕੇ ਸਾਨੂੰ ਪਛਾੜਨ ਦੀ ਗੱਲ ਚੱਲਦੀ ਆ। ਸਾਨੂੰ ਸਾਡੇ ਧਰਮ ਨਾਲੋਂ, ਸਾਡੇ ਆਸੇ ਨਾਲੋਂ ਤੋੜਿਆ ਜਾ ਰਿਹਾ। ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀ ਗੱਲ, ਕਦੇ ਸਤਿਗੁਰਾਂ ਦੇ ਸਰੂਪਾਂ ਦਾ ਗਾਇਬ ਹੋ ਜਾਣਾ। ਅੱਜ 20-25 ਦਿਨਾਂ ਦੀ ਘਟਨਾ 11 ਜੀ ਵਿਖੇ ਵਾਪਰੀ ਹੋਈ ਆ, ਉੱਥੋਂ ਸਰੂਪ ਵੀ ਮਿਲ ਗਏ, ਅਜੇ ਤੱਕ ਦੋਸ਼ੀ ਨਹੀਂ ਪਛਾਣੇ ਗਏ। ਸਾਡੇ ਤੇ ਕੇਸ ਚੱਲਿਆ, ਸਮੇਂ ਦੀ ਸਰਕਾਰ ਬਣੀਓ ਪਾਇਆ ਗਿਆ, 2 ਸਿੰਘ ਬਰੀ ਹੋ ਗਏ, 2 ਨੂੰ ਉਮਰ ਕੈਦ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ, ਸੰਗਤਾਂ ਦੇ ਸਹਿਯੋਗ ਨਾਲ 2 ਸਿੰਘ ਬਰੀ ਹੋਏ ਨੇ। ਦੋਨੇ ਸਿੰਘਾਂ ਦਾ ਕੇਸ ਵੀ ਅਸੀਂ ਹਾਈ ਕੋਰਟ ਅਪੀਲ ਦਾਇਰ ਕੀਤੀ ਆ, ਉਹ ਅਸੀਂ ਲੜਨ ਜਾ ਰਹੇ ਹਾਂ। ਪਰ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ, ਬਹੁਤ ਵੱਡਾ ਉਪਰਾਲਾ ਸਾਨੂੰ ਚਾਹੀਦਾ। ਮੈਂ ਬੇਨਤੀ ਕਰੂੰਗਾ ਪੂਰੇ ਵਿਸ਼ਵ ਦੀਆਂ ਸਿੱਖ ਸੰਗਤਾਂ ਨੂੰ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਸਾਰੇ ਰਲ ਕੇ ਅਰਦਾਸ ਬੇਨਤੀ ਕਰੀਏ, ਇਹਨਾਂ ਦੇ ਪਰਿਵਾਰਾਂ ਦੇ ਸਾਂਭ ਸੰਭਾਲ ਕਰੀਏ, ਸਿੰਘਾਂ ਦੇ ਪਰਿਵਾਰਾਂ ਦੀ ਅਸੀਂ ਸਾਰੇ ਰਲ ਕੇ ਸਹਿਯੋਗ ਦਿਓ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਨਾਲ ਹਨ ਜੀਤ ਸਿੰਘ ਜੀ ਲੱਖੀਆਂ ਰਾਜਸਥਾਨ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੂਰਜਮੁਨੀ ਦੇ ਕੇਸ ਬਾਰੇ ਕੀ ਕਹਿਣਾ ਚਾਹੁੰਦੇ ਜੀ? ਸੂਰਜਮੁਨੀ ਦਾ ਕੇਸ ਜਿਹੜਾ ਵਾਪਰਿਆ, ਉਹ ਮੈਂ ਸਮਝਦਾ ਕਿ ਸਾਡੀਆਂ ਜਿਹੜੀਆਂ ਪੰਥਕ ਧਿਰਾਂ ਹੈ, ਉਹਨਾਂ ਦੀ ਅਣਗਹਿਲੀ ਨਾਲ ਇਹੋ ਜਿਹਾ ਕੁਝ ਹੋ ਰਿਹਾ ਹੈ। ਅਸੀਂ ਆਪਣੇ ਸਤਿਗੁਰਾਂ ਦਾ ਸਨਮਾਨ ਕਰਾਉਣ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਹੈਗੇ ਉਹ ਪਿਛੜ ਰਹੇ ਹਾਂ। ਜਿਵੇਂ ਸਾਡੀਆਂ ਮੋਹਰੀ ਜਥੇਬੰਦੀਆਂ SGPC ਹੈ ਜਾਂ ਜਿਹੜੀਆਂ ਹੋਰ ਸਾਡੀਆਂ ਧਾਰਮਿਕ ਸੰਸਥਾਵਾਂ, ਉਹਨਾਂ ਦਾ ਜਿਹੜਾ ਇਸ ਪਾਸੇ ਖਿਆਲ ਨਹੀਂ, ਗੁਰੂ ਦਾ ਸਤਿਕਾਰ ਕਰਾਉਣ ਵੱਲ। ਸਾਡੇ ਅੱਜ ਡੇਰਾਵਾਦ ਦਾ ਬੋਲਬਾਲਾ ਹੈ। ਸਾਡੇ ਜਿਹੜੇ ਸਿੱਖ ਹੈ ਉਹ ਮੜੀਆਂ ਦੇ ਪੁਜਾਰੀ ਹੋ ਗਏ ਹੈ। ਔਰ ਜਿਸ ਤਰ੍ਹਾਂ ਸੂਰਜਮੁਨੀ ਕਾਂਡ ਹੋਇਆ, ਉਸੇ ਤਰ੍ਹਾਂ ਹੀ ਆ 11 ਜੀ ਦੇ ਵਿੱਚ ਵੀ ਸਾਡੇ ਥੋੜ੍ਹੇ ਦਿਨ ਪਹਿਲਾਂ ਇੱਕ ਮੜੀ ਦੇ ਉੱਤੇ ਮਹਾਰਾਜ ਪ੍ਰਕਾਸ਼ ਸੀ, ਉੱਥੋਂ ਉਹ ਮੜੀ ਨੂੰ ਅੱਗ ਲਾਈ ਗਈ, ਗੁਰੂ ਸਾਹਿਬ ਦੇ ਸਰੂਪ ਗਾਇਬ ਹੋਏ। 20 ਦਿਨਾਂ ਬਾਅਦ ਜਦੋਂ ਪੁਲਿਸ ਦਾ ਦਬਾਅ ਬਣਿਆ, ਸਿੱਖਾਂ ਨੇ ਪ੍ਰੋਟੈਸਟ ਕੀਤਾ ਤੇ ਉਹ ਵਾਪਸ ਬਰਾਮਦ ਹੋਏ, ਲੇਕਿਨ ਉਸ 'ਤੇ ਅੱਜ ਵੀ ਕੋਈ ਸਖਤ ਕਾਰਵਾਈ ਨਹੀਂ ਹੋਈ। ਨਾ ਹੀ ਸਾਡੇ ਜਿਹੜੇ ਸਿਆਸੀ ਲੀਡਰ ਆ ਉਹਦੇ ਆਪ ਨੂੰ ਸਿੱਖ ਕਹਾਉਂਦੇ ਆ, ਜਿਹੜੇ ਸਾਡੇ ਕੌਮ ਦੇ ਕਹਿੰਦੇ ਆ ਕਿ ਅਸੀਂ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਾਂ, ਉਹਨਾਂ ਦਾ ਇਸ ਪਾਸੇ ਕੋਈ ਖਿਆਲ ਆਇਆ ਨਾ, ਉਹਨਾਂ ਨੇ ਸਰਕਾਰ 'ਤੇ ਕੋਈ ਪ੍ਰੈਸ਼ਰ ਬਣਾਇਆ। ਔਰ ਇਹਦਾ ਕਾਰਨ ਹੈ ਜੇ ਕਾਂਡ ਵਾਪਰ ਰਿਹਾ। ਔਰ ਜਿਸ ਤਰ੍ਹਾਂ ਸਿੱਖਾਂ ਨੇ, ਰਾਜਸਥਾਨ ਦੇ ਸਿੱਖਾਂ ਨੇ ਬਹੁਤ ਸਾਥ ਦਿੱਤਾ ਹੈਗਾ, ਬਾਬਾ ਜੀ ਉਹਨਾਂ 'ਤੇ ਪੁਲਿਸ ਨੇ ਕੇਸ ਪਾਇਆ ਔਰ ਉਹਦੀ ਪੈਰਵਾਈ ਅਸੀਂ ਪੂਰੇ ਜ਼ੋਰ ਨਾਲ ਕਰ ਰਹੇ ਹਾਂ। 2 ਸਿੱਖ ਜਿਹੜੇ ਸਾਡੇ ਹੁਣ ਸਜ਼ਾ ਹੋਈ ਹੈ, ਉਹਨਾਂ ਦਾ ਅਸੀਂ ਸਾਰੀ ਸਮੁੱਚੀ ਸੰਗਤ ਜਿਹੜੀ ਹੈਗੀ ਹੈ ਰਾਜਸਥਾਨ ਦੀ ਰਲ ਕੇ ਉਹ ਕੇਸ ਲੜ ਰਹੇ ਹਾਂ। ਔਰ ਅਸੀਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਚਾਹੀਦਾ ਕਿ ਅਸੀਂ ਵੱਧ ਤੋਂ ਵੱਧ ਸਾਥ ਦਈਏ ਔਰ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਕਰੀਏ ਕਿ ਜਿਹੜਾ ਅੱਜ ਸਾਡਾ ਸਮੁੱਚਾ ਸਿੱਖ ਜਿਹੜਾ ਹੈ ਉਹ ਡੇਰੇ ਵੱਲ ਔਰ ਮੜੀਆਂ ਵੱਲ ਜਿਸ ਤਰ੍ਹਾਂ ਵੱਧ ਰਿਹਾ ਹੈ। ਹਰ ਘਰ ਦੇ ਵਿੱਚ ਕੋਈ ਨਾ ਕੋਈ ਮੜੀਆਂ ਦਾ ਪੁਜਾਰੀ ਬੈਠਾ ਹੈ, ਹਰ ਘਰ ਦੇ ਵਿੱਚ ਡੇਰੇ ਵਾਲਾ ਕੋਈ ਨਾ ਕੋਈ ਬੈਠਾ ਹੈ। ਅਸੀਂ ਇਸ ਸਸਤੇ 'ਚ ਰੱਬ ਭਾਲਣ ਵਾਲੇ ਬਹੁਤ ਤੁਰੇ ਫਿਰਦੇ ਆ, ਇਸ ਕਰਕੇ ਸਾਡਾ ਜਿਹੜਾ ਹੈ ਗੁਰੂ ਸਾਹਿਬ ਦਾ ਸਤਿਕਾਰ ਜਿਹੜਾ ਘਟ ਗਿਆ। ਔਰ ਮੈਂ ਅਪੀਲ ਕਰਦਾ ਸਮੁੱਚੇ ਸਿੱਖ ਸੰਗਤਾਂ ਨੂੰ ਕਿ ਅਸੀਂ ਆਪ ਉਪਰਾਲੇ ਕਰੀਏ, ਅਸੀਂ ਇਹਨਾਂ ਲੀਡਰਾਂ ਵੱਲ ਨਾ ਝਾਕੀਏ। ਸਾਨੂੰ ਅਹੁਦੇ ਤੌਰ 'ਤੇ
ਜਿਹੜੀਆਂ ਛੋਟੇ ਛੋਟੇ ਜਥੇਬੰਦੀਆਂ ਖੜੀਆਂ ਕਰਕੇ ਅਸੀਂ ਰਾਜਸਥਾਨ ਦੇ ਵਿੱਚ ਮੀਰੀ ਪੀਰੀ ਖਾਲਸਾ ਫੌਜ ਬਣਾਈ ਹੋਈ ਹੈ ਔਰ ਸਾਨੂੰ ਸਿੱਖ ਸੰਗਤਾਂ ਦਾ ਪੂਰਾ ਸਾਥ ਹੈ। ਕੋਸ਼ਿਸ਼ ਕਰਦੇ ਹਾਂ ਅਸੀਂ ਜਥੇਦਾਰ ਸਾਹਿਬਾਨਾਂ ਦੇ ਨੌਲੇਜ ਹਰ ਗੱਲ ਲਿਆਉਣੇ ਆ ਵੀ ਆਹ ਕੁਛ ਵਾਪਰ ਰਿਹਾ ਔਰ ਅਸੀਂ ਜਿੰਨਾ ਵੀ ਸਮਰੱਥ ਹੈ ਉਹਦੇ ਤੌਰ ਤੇ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਪਰ ਮੈਂ ਸਮੁੱਚੇ ਸਿੱਖਾਂ ਨੂੰ ਇਹ ਬੇਨਤੀ ਕਰੂੰਗਾ ਕਿ ਇਹ ਇਕੱਲੇ ਜਾਂ ਇੱਕ ਇਕੱਲੇ ਜਥੇਬੰਦੀ ਦਾ ਕੰਮ ਨਹੀਂ, ਇਹ ਸਮੁੱਚੇ ਸਿੱਖ ਇਸ ਵੱਲ ਧਿਆਨ ਦੇਣ ਤਾਂ ਹੀ ਇਸ ਰੋਗ ਚੀਜ਼ ਨੂੰ ਰੋਕਿਆ ਜਾ ਸਕਦਾ। ਜਦੋਂ ਅਸੀਂ ਮੜੀਆਂ ਮਸਾਨ ਕਰਨੀਆਂ ਜਾਨੋਂ ਰੋਕ ਲਾਂਗੇ ਇਹਨਾਂ ਸਿੰਘਾਂ ਨੂੰ ਤਾਂ ਅਸੀਂ ਸਤਿਗੁਰ ਦਾ ਸਤਿਕਾਰ ਵੀ ਉਹ ਕਰਾ ਲਾਂਗੇ। ਜੇ ਸਤਿਗੁਰ ਦਾ ਸਤਿਕਾਰ ਨਾ ਅਸੀਂ ਕਰਾ ਸਕੇ ਤੇ ਸਾਡਾ ਸਿੱਖਾਂ ਦਾ ਵੀ ਆਉਣ ਵਾਲਾ ਜਿਹੜਾ ਸਮਾਂ ਉਹ ਬਹੁਤ ਮਾੜਾ ਹੋਊਗਾ, ਇਹਦੇ ਮਾੜੇ ਸਿੱਟੇ ਨਿਕਲਣਗੇ ਔਰ ਸਾਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਨਾਲ ਧੂਰਕੋਟ ਦੇ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਭਾਈ ਗੁਰਸੇਵ ਸਿੰਘ ਜੀ ਦੇ ਬਾਰੇ ਕੀ ਕਹਿੰਦੇ ਹੋ? ਗੁਰਸੇਵ ਸਿੰਘ ਇੱਕ ਗਰੀਬ ਪਰਿਵਾਰ ਦਾ ਲੜਕਾ ਹੈ ਜੀ, ਠੀਕ ਹੈ, ਤੇ ਇਹ ਹਰੇਕ ਕੰਮ 'ਚ ਪਿੰਡ ਦੇ ਵਿੱਚ ਮੂਹਰੇ ਹੁੰਦਾ ਜੀ। ਧਾਰਮਿਕ ਸਮਾਗਮ ਹੋਵੇ ਚਾਹੇ ਕਹੇ ਜੀ, ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ ਉਹ ਗੁਰਸੇਵਕ ਸਿੰਘ। ਇਸ ਨੇ ਪਿੰਡ ਧੂਰਕੋਟ ਦੇ ਗੁਰੂ ਘਰ ਵਿੱਚ ਬਹੁਤ ਸੇਵਾ ਕਰੀ ਹੈਗੀ। ਇਹ ਗਰੀਬ ਪਰਿਵਾਰ ਨਾਲ ਸੰਬੰਧ ਹੈਗਾ। ਅਸੀਂ ਤਾਂ ਸਿੱਖ ਸੰਗਤਾਂ ਨੂੰ ਇਹੀ ਬੇਨਤੀ ਕਰਦੇ ਹਾਂ ਭਾਈ ਗੁਰਸੇਵਕ ਸਿੰਘ ਦੀ ਤਨ ਮਨ ਧਨ ਨਾਲ ਮਦਦ ਕਰੀ ਜਾਵੇ। ਕੋਈ ਕਿਸੇ ਨਾਲ ਪਿੰਡ ਨਾਲ ਝਗੜਾ ਵੀ ਕਰਦਾ ਹੈ ਪਿੰਡ ਦੇ ਕੋਈ? ਨਾ ਪਿੰਡ ਨਾਲ ਇਹ ਤਾਂ ਕੋਈ ਝਗੜਾ ਨਹੀਂ ਸੀ ਕਰਦਾ, ਨਰਮ ਮੁੰਡਾ ਜੀ ਇਹ ਤਾਂ। ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਨਾਲ ਬੈਠਣ ਪਿੰਡ ਧੂਰਕੋਟ ਦੇ ਪੰਚਾਇਤ ਮੈਂਬਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਭਾਈ ਸਾਹਿਬ ਤੁਸੀਂ ਗੁਰਸੇਵ ਸਿੰਘ ਜੀ ਦੇ ਬਾਰੇ ਕੀ ਕਹਿਣਾ ਚਾਹੁੰਦੇ? ਗੁਰਸੇਵ ਸਿੰਘ ਜੀ ਖਾਲਸਾ ਜਿਸ ਨੂੰ ਕਿ ਮੈਂ ਬਚਪਨ ਤੋਂ ਹੀ ਜਾਣਦਾ ਹਾਂ, ਜੋ ਕਿ ਬਹੁਤ ਹੀ ਹੋਣਹਾਰ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਇਆ ਹੈ ਜੀ। ਉਸ ਤੋਂ ਬਾਅਦ ਇਹਨਾਂ ਨੇ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਬਹੁਤ ਸੇਵਾ ਕੀਤੀ। ਕਿਸੇ ਨਾਲ ਇਹਨਾਂ ਦਾ ਕੋਈ ਬੈਰ ਵਿਰੋਧ ਨਹੀਂ, ਬਹੁਤ ਨਰਮ ਸੁਭਾਅ ਦੇ, ਮਿੱਠ ਬੋਲੜੇ, ਹਰ ਇੱਕ ਬੰਦੇ ਨਾਲ ਮਿਲ ਵਰਤਣ ਵਾਲੇ ਹੈਗੇ ਜੀ ਗੁਰਸੇਵ ਸਿੰਘ ਜੀ ਖਾਲਸਾ। ਗਰੀਬ ਪਰਿਵਾਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਜੀ। 5 ਭੈਣ ਭਾਈ ਨੇ ਜੋ ਕਿ ਮਿਹਨਤ ਮਜ਼ਦੂਰੀ ਕਰਕੇ ਦਿਹਾੜੀ ਕਰਕੇ ਆਪਣਾ ਜਿਹੜਾ ਗੁਜ਼ਾਰਾ ਹੈਗਾ ਕਰਦੇ ਆ। ਤੇ ਨਾਲ ਹੀ ਮੈਂ ਬੇਨਤੀ ਕਰੂੰਗਾ ਜੋ ਵੀ ਸਿੱਖ ਸੰਗਤਾਂ ਇਸ ਟਾਈਮ ਸੁਣ ਰਹੀਆਂ ਨੇ ਕਿ ਇਹਨਾਂ ਦੀ ਆਰਥਿਕ ਪੱਖੋਂ ਜਿੰਨੀ ਵੀ ਹੋ ਸਕੇ ਮਦਦ ਕਰਨ ਤਾਂ ਕਿ ਆਉਣ ਵਾਲਾ ਜਿਹੜਾ ਇਹਨਾਂ ਦਾ ਸਮਾਂ ਗਾ ਉਹ ਸੁਖਾਲਾ ਬੀਤ ਸਕੇ, ਇਹਨਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਾ ਆਵੇ। ਤੇ ਇੱਕ ਇਹਨਾਂ ਦੀ ਸਿਸਟਰ ਹੈ ਜਿਸ ਦੀ ਸ਼ਾਦੀ ਹੋ ਚੁੱਕੀ ਹੈ, ਦੂਸਰੀ ਸਿਸਟਰ ਦੀ ਸ਼ਾਦੀ ਹਜੇ ਬਾਕੀ ਹੈ। ਤੇ ਬਸ ਵੱਧ ਤੋਂ ਵੱਧ ਬੇਨਤੀ ਹੈ ਵੀ ਇਹਨਾਂ ਨੂੰ ਕੇਸ ਦੇ ਵਿੱਚ ਤੇ ਪਰਿਵਾਰਕ ਜ਼ਰੂਰਤਾਂ ਦੇ ਵਿੱਚ ਇਹਨਾਂ ਨੂੰ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਤੁਸੀਂ ਗੁਰਸੇਵ ਸਿੰਘ ਦੇ ਕੇਸ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਤਾਂ ਜੀ ਜੋ ਭਾਈ ਗੁਰਸੇਵਕ ਸਿੰਘ ਜੀ ਧੂਰਕੋਟ ਨੇ ਇਹ ਸਾਡੇ ਨਾਲ ਉੱਥੇ ਗੁਰਦੁਆਰਾ ਸਾਹਿਬ ਵਿਖੇ ਹੈੱਡ ਗ੍ਰੰਥੀ ਦੀ ਡਿਊਟੀ ਕਰਦੇ ਸੀ ਬਾਬਾ ਅਮਰਪਾਲ ਸਿੰਘ ਜੀ ਦੇ ਕੋਲ। ਸਾਰਾ ਹੀ ਜੱਥਾ ਪਹਿਲਾਂ ਤੋਂ ਲੈ ਕੇ ਸੰਤ ਜੀ ਦੇ ਨਾਲ ਇਸ ਕੌਮੀ ਸੰਘਰਸ਼ ਦੇ ਵਿੱਚ ਜੂਝ ਰਿਹਾ ਹੈ। ਸੋ ਇਸੇ ਦੇ ਵਿੱਚ ਚੱਲਦਿਆਂ ਜੋ ਸੂਰਜਮਣੀ ਵਾਲਾ ਕਤਲकांड ਹੋਇਆ ਉਹਦੇ ਵਿੱਚ ਸਾਡੇ ਸੰਤ ਜੀ ਦੇ ਉੱਪਰ ਅਤੇ ਭਾਈ ਨਰਮਲ ਸਿੰਘ ਜੀ ਖਰਲੀਆਂ ਅਤੇ ਬਾਬਾ ਨਗਿੰਦਰ ਸਿੰਘ ਜੀ ਸਹਿਣਾ ਜੋ ਕਿ ਬਹੁਤ ਆਪਣੇ ਉਸੇ ਗੁਰਦੁਆਰਾ ਸਾਹਿਬ ਆ ਕੇ ਸੇਵਾ ਕਰਾਇਆ ਕਰਦੇ ਸਨ, ਉਹਨਾਂ ਦੇ ਉੱਪਰ ਅਤੇ ਭਾਈ ਗੁਰਸੇਵਕ ਸਿੰਘ ਜੀ ਤੇ ਇਹ ਜਿਹੜਾ ਕੇਸ ਦਰਜ ਕੀਤਾ ਗਿਆ ਜਦੋਂ ਇਹ ਘਟਨਾਕ੍ਰਮ ਹੋਇਆ। ਤੇ ਸਾਨੂੰ ਬਹੁਤ ਹੀ ਵੱਡਾ ਮਾਣ ਹੈ ਕਿ ਅੱਜ ਸਾਡਾ ਇਸ ਸੇਵਾ ਦੇ ਵਿੱਚ ਹਿੱਸਾ ਪਿਆ। ਭਾਵੇਂ ਕਿਵੇਂ ਵੀ ਸਰਕਾਰਾਂ ਨੇ ਸਾਨੂੰ ਨਾਮਜ਼ਦ ਕੀਤਾ ਤੇ ਇਸ ਕੇਸ ਦੇ ਵਿੱਚ ਸਾਡਾ ਨਾਮ ਆਇਆ, ਪਰ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਾਣ ਮਰਿਆਦਾ ਦੇ ਲਈ ਇਹਨਾਂ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਕੀਤੀ। ਜਦੋਂ ਇਹ ਸਿੰਘ ਜੇਲ੍ਹ ਦੇ ਵਿੱਚ ਸਨ, ਇਹ ਸਾਰੀ ਸੇਵਾ ਗੁਰਦੁਆਰਾ ਸਾਹਿਬ ਵੱਲੋਂ ਪ੍ਰਸ਼ਾਦੇ ਪਾਣੀ ਦੀ ਪਹੁੰਚਾਈ ਜਾਂਦੀ ਸੀ ਜਿੰਨਾ ਹੋ ਸਕਦਾ ਸੀਗਾ। ਇੱਥੇ ਘਰੇ ਵੀ ਭੈਣਾਂ ਨੂੰ ਆ ਕੇ ਮਿਲਣਾ, ਪਰਿਵਾਰਾਂ ਨੂੰ ਮਿਲਣਾ, ਪਤਾ ਲੈਣਾ ਕਿਸ ਤਰ੍ਹਾਂ ਹੈ, ਇਹ ਸਾਰੇ ਪਰਿਵਾਰਾਂ ਦੇ ਨਾਲ ਵਧੀਆ ਮਿਲਵਰਤਨ ਰਿਹਾ। ਹੁਣ ਵੀ ਜਿਹੜੇ ਸਿੰਘ ਜਿਹੜੇ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਲਈ ਬਾਬਾ ਜੀ ਨੇ ਅਪੀਲ ਦਾਇਰ ਕੀਤੀ ਹੈ। ਅਸੀਂ ਸਾਰੇ ਹੀ ਰਲ ਮਿਲ ਕੇ ਜਿਸ ਤਰ੍ਹਾਂ ਅੱਜ ਸਾਰੀ ਸੰਗਤ ਪਹੁੰਚੀ ਹੈ, ਇਹ ਸਾਰੇ ਹੀ ਵੀਰ ਅਸੀਂ ਰਲ ਮਿਲ ਕੇ ਉਸ ਕੇਸ ਦੀ ਪੈਰਵਾਈ ਕਰਾਂਗੇ ਅਤੇ ਅਸੀਂ ਸਤਿਗੁਰਾਂ ਦੇ ਅੱਗੇ ਅਰਦਾਸ ਕਰਦੇ ਹਾਂ ਤੇ ਸੰਗਤਾਂ ਦੇ ਪਿਆਰ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਬਹੁਤ ਜਲਦ ਹੀ ਉਹਨਾਂ ਸਿੰਘਾਂ ਦੀ ਵੀ ਰਿਹਾਈ ਹੋ ਜਾਵੇਗੀ। ਗੁਰੂ ਸਾਹਿਬ ਕਿਰਪਾ ਕਰਨਗੇ। ਸੋ ਪਰ ਮੈਂ ਸਰਕਾਰਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜੋ ਇਹ ਮਾਣ ਮਰਿਆਦੇ ਦੇ ਲਈ ਵਾਰ-ਵਾਰ ਸਿੰਘਾਂ ਨੂੰ ਕੁਰਬਾਨੀ ਕਰਨੀ ਪੈਂਦੀ ਹੈ, ਇਹੋ ਜਿਹੇ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ ਕਿ ਜਦੋਂ ਵੀ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਜਾਂ ਕੋਈ ਪਾਪੀ ਇਹੋ ਜਿਹਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹਦੇ ਉੱਪਰ ਐਸੇ ਕੇਸ ਦਰਜ ਕੀਤੇ ਜਾਣ ਕਿ ਸਿੰਘਾਂ ਨੂੰ
ਆਪਣੇ ਹੱਥ ਵਿੱਚ ਕਾਨੂੰਨ ਨਾ ਲੈਣਾ ਪਵੇ, ਕਿਉਂਕਿ ਜਦੋਂ ਸਾਨੂੰ ਕਾਨੂੰਨ ਨਿਆਂ ਨਹੀਂ ਦਿੰਦਾ ਫਿਰ ਸਾਨੂੰ ਆਪਣੇ ਜਿਹੜੇ ਯੋਧੇ ਨੇ ਜਿਨ੍ਹਾਂ ਤੋਂ ਨਹੀਂ ਸਹਾਰ ਹੁੰਦੀਆਂ ਇਹ ਵਾਰਦਾਤਾਂ, ਫਿਰ ਉਹਨਾਂ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਲੈਣੇ ਪੈਂਦੇ ਨੇ ਜਾਂ ਉਹਨਾਂ ਦੇ ਉੱਪਰ ਦਰਜ ਕਰ ਦਿੱਤੇ ਜਾਂਦੇ ਨੇ। ਤੇ ਕਈ ਤਰ੍ਹਾਂ ਕਰਕੇ ਕਿੰਨੇ ਹੀ ਸਿੰਘ ਇਹਨਾਂ ਕੁਰਬਾਨੀਆਂ ਦੇ ਵਿੱਚ ਜੇਲ੍ਹਾਂ ਭੁਗਤ ਰਹੇ ਨੇ, ਪਰ ਸਰਕਾਰਾਂ ਨੇ ਕਦੇ ਵੀ ਇਹ ਨਹੀਂ ਸੋਚਿਆ ਵੀ ਇਹਨਾਂ ਦੇ ਉੱਪਰ ਕੋਈ ਵਧੀਆ ਕਾਨੂੰਨ ਤਿਆਰ ਕੀਤਾ ਜਾਵੇ ਤਾਂ ਕਿ ਜਿਹੜਾ ਇਹ ਅਮਨ ਸ਼ਾਂਤੀ ਦਾ ਮਾਹੌਲ ਸਾਡੇ ਦੇਸ਼ ਦੇ ਵਿੱਚ ਕੌਮ ਦੇ ਲਈ ਬਰਕਰਾਰ ਬਣਿਆ ਰਹਿ ਸਕੇ। ਮੈਂ ਤਾਂ ਇਹੀ ਅਪੀਲ ਕਰਾਂਗਾ ਕਿ ਇਹੋ ਜਿਹੇ ਜਿਹੜੇ ਹੈਗੇ ਸਖਤ ਕਾਨੂੰਨ ਬਣਾਏ ਜਾਣ ਕਿ ਕੋਈ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਦਾ ਹੈ ਤਾਂ ਉਹਨੂੰ ਉਮਰ ਭਰ ਲਈ ਜੇਲ੍ਹ ਵਿੱਚ ਰੱਖਿਆ ਜਾਵੇ, ਕਿਉਂਕਿ ਇਦੋਂ ਵੱਡਾ ਪਾਪ ਕੋਈ ਨਹੀਂ ਹੈ। ਇਹ ਬੇਨਤੀ ਜੇ ਮੇਰੀ ਸਰਕਾਰ ਜਾਂ ਪੰਥਕ ਸਰਕਾਰਾਂ ਜਾਂ ਕੋਈ ਵੀ ਨੁਮਾਇੰਦੇ ਨੇ ਜਿਹੜੇ ਪਹੁੰਚਾ ਸਕਦੇ ਨੇ ਜਾਂ ਇਹਨਾਂ ਨੂੰ ਬਰਕਰਾਰ ਕਰਾ ਸਕਦੇ ਨੇ, ਮੈਂ ਤਾਂ ਬੇਨਤੀ ਕਰਦਾ ਵੀ ਇਸ ਤਰ੍ਹਾਂ ਦੀ ਕਾਨੂੰਨ ਆਪਾਂ ਨੂੰ ਜ਼ਰੂਰ ਬਣਵਾਉਣੇ ਚਾਹੀਦੇ ਨੇ। ਇਹੀ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਕਮੇਟੀ ਨੇ ਤੁਹਾਡੀ ਕੋਈ ਸਿੰਘਾਂ ਦੀ ਮਦਦ ਕੀਤੀ? ਹਾਂਜੀ, ਸ਼੍ਰੋਮਣੀ ਕਮੇਟੀ ਨੇ ਜੀ ਸਿੰਘਾਂ ਵਾਸਤੇ ਅਸੀਂ ਵਕੀਲਾਂ ਵਾਸਤੇ ਉਹਨਾਂ ਨੂੰ ਕਿਹਾ ਸੀਗਾ, ਸੋ ਉਹਨਾਂ ਨੇ ਵਕੀਲਾਂ ਦੀ ਭੇਟਾ ਇੱਕ ਲਾਭ ਸਿੰਘ ਮਾਨ ਦੇ ਇੱਕ ਵਕੀਲ ਦੀ ਭੇਟਾ ਉਹਨਾਂ ਨੇ ਭੇਜੀ ਹੈ, ਉਹ ਉਹਨਾਂ ਨੇ ਲਾਭ ਸਿੰਘ ਮਾਨ ਦੇ ਅਕਾਊਂਟ ਦੇ ਵਿੱਚ ਹੀ ਪਾਈ ਹੈ, ਉਹ ਉਹਦੇ ਕੋਲੇ ਪਹੁੰਚ ਚੁੱਕੀ ਹੈ ਜੀ। ਸੋ ਮੈਂ ਬੇਨਤੀ ਕਰਦਾ ਹਾਂ ਕਿ ਭਾਵੇਂ ਕਿ ਅੱਜ ਬਹੁਤ ਸਾਰਾ ਮੀਡੀਆ ਹੈ, ਪਰ ਕਿਸੇ ਨੇ ਵੀ ਜਿਸ ਤਰ੍ਹਾਂ ਸਾਡਾ ਸਿੱਖ ਚੈਨਲ ਨੇ ਸਾਥ ਦਿੱਤਾ ਪਹਿਲਾਂ ਤੋਂ ਲੈ ਕੇ, ਭਾਵੇਂ ਗੁਰਸੇਵਕ ਦੀ ਭੈਣ ਦੇ ਵਿਆਹ ਵੇਲੇ ਜੋ ਵਿਆਹ ਹੋਇਆ ਉਹਦੇ ਵਿੱਚ ਵੀ ਪੂਰਾ ਸਹਿਯੋਗ ਦਿੱਤਾ, ਜਾਂ ਪਹਿਲਾਂ ਜਦੋਂ ਇਹ ਕਾਂਡ ਹੋਇਆ ਉਦੋਂ ਵੀ ਜਿਹੜੀ ਸਾਰੀ ਖਬਰ ਸਿੱਖਾਂ ਤੱਕ ਪਹੁੰਚਾਈ ਤਾਂ ਸਿੱਖ ਚੈਨਲ ਨੇ ਪਹੁੰਚਾਈ। ਇਹ ਇੱਕੋ ਇੱਕ ਮੀਡੀਆ ਹੈ ਜਿਹਨੇ ਬਹੁਤ ਹੀ ਸੈਂਸਿਟਿਵ ਮੁੱਦੇ ਨੂੰ ਲੋਕਾਂ ਤੱਕ ਪਹੁੰਚਾਇਆ ਕਿ ਕਿਉਂ ਘਟਨਾਕ੍ਰਮ ਹੁੰਦਾ ਹੈ ਤੇ ਇਸ ਦੇ ਵਿੱਚ ਕਿਸ ਤਰ੍ਹਾਂ ਸਿੰਘ ਜਾਨਾਂ ਵਾਰਦੇ ਨੇ, ਆਪਣਾ ਆਪ ਹੀਲ ਕੇ ਕੁਰਬਾਨੀਆਂ ਕਰਦੇ ਨੇ। ਸੋ ਮੈਂ ਧੰਨਵਾਦ ਕਰਦਾ ਸਿੱਖ ਚੈਨਲ ਦਾ। ਹੋਰ ਸੰਤ ਮਹਾਂਪੁਰਸ਼ ਜਿਵੇਂ ਸੰਤ ਗੁਰਮੀਤ ਸਿੰਘ ਜੀ ਤਰਲੋਕੇ ਵਾਲੇ, ਭਾਈ ਸੁਖਵਿੰਦਰ ਸਿੰਘ ਜੀ ਸਤਿਕਾਰ ਸਭਾ ਵਾਲੇ, ਹੋਰ ਬੇਅੰਤ ਐਸੀਆਂ ਜਥੇਬੰਦੀਆਂ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਇਸ ਕੇਸ ਦੇ ਵਿੱਚ ਤੇ ਹੁਣ ਵੀ ਸਹਿਯੋਗ ਦੇ ਰਹੇ ਨੇ, ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿੱਖ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਅਸੀਂ ਬੜੇ ਰਿਣੀ ਹਾਂ ਇਹਨਾਂ ਦੇ ਕਿ ਜਿਹੜੇ ਇਹ ਸਿੱਖਾਂ ਦੇ ਸੈਂਸਿਟਿਵ ਜਿਹੜੇ ਮੁੱਦੇ ਹੈ ਉਹਨਾਂ ਨੂੰ ਚੱਕ ਕੇ ਆਮ ਸਿੱਖਾਂ ਤੱਕ ਜਿਹੜਾ ਪਹੁੰਚਾਉਂਦੇ ਆ, ਇਹ ਇੱਕ ਬੜੀ ਵੱਡੀ ਜ਼ਰੂਰਤ ਵਾਲੀ ਗੱਲ ਹੈ। ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਔਰ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਤੁਸੀਂ ਹੋਰ ਵੱਧ ਚੜ੍ਹ ਕੇ ਇਹਦਾ ਹੋਰ ਵੱਡਾ ਏਰੀਆ ਕਰਕੇ ਜਿੱਥੋਂ ਤੱਕ ਸਾਰੇ ਸਿੱਖਾਂ ਨੂੰ ਜਿੱਥੇ ਵੀ ਤਕਲੀਫ 'ਚ ਹੈ ਜਾਂ ਸਿੱਖਾਂ ਦੇ ਜਿਹੜੀਆਂ ਹੱਕਾਂ ਹਕੂਕਾਂ ਦੀ ਗੱਲ ਹੈ ਉਹ ਤੁਸੀਂ ਆਮ ਲੋਕਾਂ ਤੱਕ ਵਰਡ ਦੇ ਵਿੱਚ ਪਹੁੰਚਾਓਗੇ। ਤੁਹਾਡਾ ਫੇਰ ਤੋਂ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਨਾਲ ਬੈਠਣ ਭੈਣ ਜੀ ਗੁਰਸੇਵਕ ਸਿੰਘ ਦੇ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਗੁਰਸੇਵਕ ਸਿੰਘ ਜੀ ਦੇ ਬਾਰੇ ਕੀ ਕਹਿਣਾ ਚਾਹੁੰਦੇ? ਸਾਨੂੰ ਸਾਡੇ ਵੱਡੇ ਵੀਰ ਭਾਈ ਗੁਰਸੇਵਕ ਸਿੰਘ ਜੀ ਖਾਲਸਾ ਤੇ ਬਹੁਤ ਜ਼ਿਆਦਾ ਮਾਣ ਹੈ ਅਤੇ ਨਾਲ ਹੀ ਸਾਡੇ ਸਤਿਕਾਰਯੋਗ ਅਤੇ ਮਾਣਯੋਗ ਸੰਤ ਬਾਬਾ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਬਾਬਾ ਨਗਿੰਦਰ ਸਿੰਘ ਜੀ ਸੈਣਾ, ਭਾਈ ਨਿਰਮਲ ਸਿੰਘ ਜੀ ਖਾਰਲੀਆਂ, ਜੋ ਸਾਨੂੰ ਇਸ ਤੇ ਬਹੁਤ ਜ਼ਿਆਦਾ ਮਾਣ ਹੈ। ਸਾਨੂੰ ਕੋਈ ਦੁੱਖ ਨਹੀਂ, ਕਿਉਂਕਿ ਜੋ ਵੀ ਇਹਨਾਂ ਨੇ ਜੇਲ੍ਹ ਦੇ ਵਿੱਚ ਸਮਾਂ ਕੱਟਿਆ, ਜੋ ਵੀ ਇਹਨਾਂ ਦੇ ਸਿਰ ਤੇ ਬੀਤਿਆ, ਜੋ ਇਹਨਾਂ ਦੇ ਸਰੀਰਕ ਕਸ਼ਟ, ਮਾਨਸਿਕ ਕਸ਼ਟ ਇਹਨਾਂ ਤੇ ਪਹੁੰਚੇ, ਸਾਨੂੰ ਇਹਨਾਂ ਦਾ ਕੋਈ ਜ਼ਿਆਦਾ ਦੁੱਖ ਨਹੀਂ, ਕਿਉਂਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿਉਂਕਿ ਜੋ ਵੀ ਇਹਨਾਂ ਨੇ ਕੁਛ ਕੀਤਾ, ਜੋ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਪਖੰਡੀ ਸਾਧ ਸੂਰਜਮੁਨੀ ਨੂੰ ਸੋਧਾ ਲਾਇਆ ਸੀ, ਜੋ ਕਿ ਸਾਡੇ ਗੁਰੂ ਜੀ ਲਈ ਕੀਤਾ ਗਾ। ਕਿਉਂਕਿ ਸਾਨੂੰ ਮਾਣ ਹੈਗਾ ਜੋ ਵੀ ਇਹਨਾਂ ਦੇ ਬੀਤਿਆ ਕਸ਼ਟ ਹੋਇਆ ਗਾ, ਜੋ ਉਹਨਾਂ ਤੇ ਕੋਈ ਵੀ ਕਸ਼ਟ ਕੀਤਾ ਗਿਆ ਗਾ, ਉਹ ਸਾਨੂੰ ਸਰਕਾਰ ਨੂੰ ਬਹੁਤ ਵੱਡੀ ਅਣਗਹਿਲੀ ਆ ਸਰਕਾਰ ਦੀ, ਕਿਉਂਕਿ ਇਹ ਛੇੜਖਾਨੀਆਂ ਹਮੇਸ਼ਾ ਹੀ ਸਿੱਖਾਂ ਦੇ ਨਾਲ ਕੀਤੀਆਂ ਜਾਂਦੀਆਂ ਨੇ। ਜੋ ਕਿ ਇਹਨਾਂ ਦੇ 5 ਮਹੀਨੇ ਇਹਨਾਂ ਨੇ ਜੇਲ੍ਹ ਦੇ ਵਿੱਚ ਕਸ਼ਟ ਦਾ ਸਮਾਂ ਬੀਤਿਆ, ਉਸ ਸਮੇਂ ਜੋ ਵੀ ਸਾਡੇ ਨਾਲ ਪੰਥਕ ਦਰਦੀ ਜਥੇਬੰਦੀਆਂ ਜੋ ਵੀ ਸਾਡੇ ਮਾਨਸਿਕ ਤੌਰ ਤੇ ਆਰਥਿਕ ਤੌਰ ਤੇ ਸਾਨੂੰ ਸਹਾਇਤਾ ਦਿੰਦੀਆਂ ਰਹੀਆਂ, ਅਸੀਂ ਉਹਨਾਂ ਦਾ ਉਹਨਾਂ ਦੇ ਧੰਨਵਾਦ ਕਰਦੇ ਆਂਗੇ। ਉਹਨਾਂ ਦੇ ਜੋ ਕਿ ਜਿਹੜੇ ਵੀ ਸਿੱਖ ਇਹੋ ਜਿਹੀਆਂ ਕੁਰਬਾਨੀਆਂ ਕਰਦੀਆਂ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ, ਜੋ ਕਿ ਪੰਥਕ ਦਰਦੀਆਂ ਜਥੇਬੰਦੀਆਂ ਨੇ, ਜਿਵੇਂ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ, ਜੋ ਕਿ ਹੋਰ ਵੀ ਪੰਥਕ ਜਥੇਬੰਦੀਆਂ ਜੋ ਕਿ ਸਿੱਖਾਂ ਦੇ ਲਈ ਕੁਰਬਾਨੀਆਂ ਕਰਦੀਆਂ ਨੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ, ਜੋ ਕਿ ਆਜ਼ਾਦ ਫਿਰ ਰਹੇ ਨੇ, ਜਿਵੇਂ ਸੰਤ ਰਾਮ ਗੁਰਮੀਤ ਸਿੰਘ ਜੀ, ਉਹਨਾਂ ਤੇ ਬਹੁਤ ਜ਼ਿਆਦਾ ਕੇਸ ਚੱਲਦੇ ਨੇ, ਉਹਨਾਂ ਨੂੰ ਆਜ਼ਾਦ ਕਰ ਦਿੱਤਾ ਜਾਂਦਾ। ਸਾਡੇ
ਵੀਰਾਂ ਨੂੰ, ਸਿੱਖ ਪੰਥਕ ਦਰਦੀਆਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ, ਉਹ ਕਿ ਇਹੋ ਜਿਹੇ ਕਾਨੂੰਨ ਨਾ ਕੀਤੇ ਜਾਣ, ਕਿਉਂਕਿ ਜੋ ਵੀ ਸਾਡੇ ਗੁਰੂ ਜੀ ਨਾਲ ਛੇੜਖਾਨੀਆਂ ਕਰਦੇ ਨੇ, ਸਿੱਖ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਉਹ ਇਹੋ ਜਿਹੇ ਕੰਮਾਂ ਲਈ ਮੂਹਰੇ ਆਉਂਦੇ ਰਹਿਣਗੇ। ਸਾਨੂੰ ਸਾਡੇ ਵੀਰਾਂ ਤੇ ਬਹੁਤ ਜ਼ਿਆਦਾ ਮਾਣ ਹੈ, ਸਾਨੂੰ ਕੋਈ ਦੁੱਖ ਨਹੀਂ, ਕਿਉਂਕਿ ਜੋ ਕੀਤਾ ਗੁਰੂ ਲਈ ਕੀਤਾ, ਗੁਰੂ ਇਹਨਾਂ ਦੇ ਆਪ ਅੰਗ ਸੰਗ ਸਹਾਈ ਹੋ ਕੇ ਰੱਖਿਆ ਕਰਨਗੇ। ਜੋ ਕਿ ਸਾਡੇ ਵੀਰ ਭਾਈ ਗੁਰਸੇਵਕ ਸਿੰਘ ਜੀ ਧੂਰਕੋਟ, ਸੰਤ ਬਾਬਾ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਰਿਹਾਅ ਕਰ ਦਿੱਤਾ ਗਿਆ, ਤੇ ਭਾਈ ਨਰਮਲ ਸਿੰਘ ਜੀ ਖਾਰਲੀਆਂ, ਬਾਬਾ ਨਗਿੰਦਰ ਸਿੰਘ ਜੀ ਸੈਨਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜੋ ਕਿ ਬਿਲਕੁਲ ਗਲਤ ਹੈ। ਜੋ ਕਿ ਇਹਨਾਂ ਨੂੰ ਛੇਤੀ ਤੋਂ ਛੇਤੀ ਰਿਹਾਅ ਕੀਤਾ ਜਾਵੇ। ਅਸੀਂ ਸੰਗਤਾਂ ਨੂੰ, ਸਿੱਖ ਸੰਗਤਾਂ ਨੂੰ ਬਹੁਤ ਜ਼ਿਆਦਾ ਪੁਰਜੋਰ ਅਪੀਲ ਕਰਦੇ ਹਾਂ, ਕਿਉਂਕਿ ਸਾਡੇ ਇਸ ਕੰਮ ਦੇ ਵਿੱਚ ਆ ਕੇ ਸਾਡੇ ਨਾਲ ਰਲ ਕੇ ਇਹਨਾਂ ਵੀਰਾਂ ਦੀ ਸਹਾਇਤਾ ਕਰਨ, ਜੋ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਜੇਲ੍ਹ ਦੇ ਵਿੱਚੋਂ ਕੱਢਿਆ ਜਾ ਸਕੇ, ਛੇਤੀ ਤੋਂ ਛੇਤੀ ਰਿਹਾਅ ਕਰਵਾਇਆ ਜਾ ਸਕੇ, ਜੋ ਕਿ ਉਹਨਾਂ ਦੇ ਪਰਿਵਾਰ ਆਰਥਿਕ ਤੌਰ ਤੇ ਮੰਦਹਾਲੀ ਹਾਲਤ ਦੇ ਵਿੱਚ ਨੇਗੇ। ਜੋ ਕਿ ਅਸੀਂ ਵੀ ਬਹੁਤ ਜ਼ਿਆਦਾ ਪਰਿਵਾਰਕ ਤੌਰ ਤੇ ਆਰਥਿਕ ਮੰਦਹਾਲੀ ਹਾਲਤ ਸਾਡੀ, ਅਗੇ ਅਸੀਂ ਆਪਣੀ ਦਿਹਾੜੀ ਕਿਰਤ ਕਮਾਈ ਕਰਕੇ ਆਪਦੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਾਂ। ਅਸੀਂ ਬਹੁਤ ਹੀ ਗਰੀਬ ਪਰਿਵਾਰ ਹਾਂ, ਜੋ ਕਿ ਸੰਗਤਾਂ ਨੂੰ ਪੁਰਜੋਰ ਅਪੀਲ ਆ ਵੀ ਇਹਨਾਂ ਦੀ ਆਰਥਿਕ ਤੌਰ ਤੇ ਸਹਾਇਤਾ ਕੀਤੀ ਜਾਵੇ, ਅਤੇ ਨਾਲ ਹੀ ਉਹਨਾਂ ਵੀਰਾਂ ਨੂੰ ਛੇਤੀ ਤੋਂ ਛੇਤੀ ਰਿਹਾਅ ਕਰਨ ਦਾ ਮੁੱਦਾ ਚੁੱਕਣਾ। ਉਹਨਾਂ ਦੇ ਵਿੱਚ ਆ ਕੇ ਸਿੱਖ ਸੰਗਤਾਂ ਨੂੰ ਪੁਰਜੋਰ ਅਪੀਲ ਆ ਕਿ ਨਾਲ ਖੜਨ। ਅਸੀਂ ਭਾਈ ਗੁਰਸੇਵਕ ਸਿੰਘ ਧੂਰਕੋਟ ਦੇ ਭੈਣ, ਅਸੀਂ 5 ਭੈਣ ਭਰਾ ਹੈਗੇ। ਸਾਡੇ ਮਾਤਾ ਪਿਤਾ, ਅਸੀਂ ਫੈਮਿਲੀ ਦੇ ਵਿੱਚ 7 ਜਾਣੇ ਆਂਗੇ, ਜੋ ਕਿ ਪਿਛਲੇ ਸਮੇਂ ਤੋਂ ਹੀ ਅਸੀਂ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਹਾਂ। ਅਸੀਂ ਰਮਦਾਸੀਆ ਸਿੱਖ ਜਾਤੀ ਨਾਲ ਸੰਬੰਧ ਰੱਖਦੇ ਹਾਂ, ਤੇ ਅਸੀਂ ਆਪਣਾ ਹੱਥੀਂ ਕਿਰਤ ਕਰਕੇ ਆਪਣੀ ਪੜ੍ਹਾਈ ਆਪ ਕਰਦੇ ਹਾਂ। ਤੇ ਮੈਂ BA ਕੀਤੀ ਹੈ, ਗ੍ਰੈਜੂਏਸ਼ਨ। ਮੇਰੀ ਛੋਟੀ ਭੈਣ ਜੋ ਕਿ BA ਸੈਕੰਡ ਈਅਰ 'ਚ ਪੜ੍ਹਦੀ ਆ। ਮੇਰਾ ਛੋਟਾ ਭਰਾ ਲਖਵੀਰ ਸਿੰਘ, ਉਹ ਵੀ ਸੈਕੰਡ ਈਅਰ ਵਿੱਚ ਪੜ੍ਹ ਰਿਹਾ। ਇੱਕ ਮੇਰਾ ਛੋਟਾ ਵੀਰ ਲਖਵੀਰ ਸਿੰਘ ਜੀ, ਉਹ ਜੋ ਕਿ 10 ਪੜ੍ਹ ਕੇ ਭੱਠੇ ਦਾ ਕੰਮ ਕਰਦੇ ਸੀ, ਭੱਠੇ ਤੇ ਇੱਟਾਂ ਕੱਢਣ ਦਾ। ਤੇ ਉਸ ਤੋਂ ਤੰਗ ਆ ਕੇ ਪਹਿਲਾਂ ਅਸੀਂ ਬਹੁਤ ਹੀ ਜ਼ਿਆਦਾ ਡੂੰਘੇ ਘਰ ਦੇ ਵਿੱਚ ਰਹਿੰਦੇ ਸੀ, ਜੋ ਕਿ ਮੀਂਹ ਕਣੀ ਪੈਂਦਾ ਸੀ, ਜਦੋਂ ਸਾਡਾ ਘਰ ਸਾਰਾ ਮੀਂਹ ਨਾਲ ਭਰ ਜਾਂਦਾ ਸੀ, ਅਸੀਂ ਪਾਣੀ ਕੱਢਦੇ। ਉਸ ਤੋਂ ਤੰਗ ਆ ਕੇ ਉਹਨਾਂ ਨੇ ਵੀ ਪੜ੍ਹਾਈ ਆਪਣੀ ਵਿੱਚੇ ਛੱਡ ਦਿੱਤੀ, ਉਸ ਤੋਂ ਬਾਹਰ ਚਲਾ ਗਿਆ, ਜੋ ਕਿ ਸਾਡੇ ਪਰਿਵਾਰ ਦੀ ਆਰਥਿਕ ਮੰਦਹਾਲੀ ਹਾਲਤ ਦੇਖ ਕੇ ਉਹਨੇ ਵੀ ਆਪਣੀ ਪੜ੍ਹਾਈ ਵਿੱਚੇ ਛੱਡ ਦਿੱਤੀ। ਅਸੀਂ ਆਰਥਿਕ ਤੰਗੀਆਂ ਦੇ ਵਿੱਚੋਂ ਦੀ ਜੂਝਦੇ ਹੋਏ ਅਸੀਂ ਆਪਣੀਆਂ ਪੜ੍ਹਾਈਆਂ ਵਿੱਚੇ ਛੱਡ ਦਿੱਤੀਆਂ ਨੇ, ਜੋ ਕਿ ਆਪ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਆਂਗੇ। ਅਸੀਂ ਸਾਡੇ ਵੱਡੇ ਵੀਰ ਗੁਰਸੇਵਕ ਸਿੰਘ ਤੇ ਸੰਬੰਧਿਤ ਆਂਗੇ, ਜੋ ਕਿ ਸਾਡੇ ਪਿਤਾ ਜੀ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੇ ਨੇ, ਤੇ ਉਹਨਾਂ ਨੂੰ ਵੀ ਅਸੀਂ ਆਪਣੇ ਆਪ ਹੀ ਕੰਮ ਕਰਕੇ ਆਪਦੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਾਂ, ਤੇ ਉਹਨਾਂ ਦਾ ਵੀ ਪਾਲਣ ਪੋਸ਼ਣ ਕਰਦੇ ਆਂਗੇ। ਅਸੀਂ ਸਿੱਖ ਚੈਨਲ UK ਸਿੱਖ ਸੰਗਤ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆਂਗੇ, ਜੋ ਕਿ ਇਹਨਾਂ ਨੇ ਸਾਡੇ ਪਹਿਲਾਂ ਤੋਂ ਹੀ ਲੈ ਕੇ ਜਦੋਂ ਤੱਕ ਇਹ ਹੱਤਿਆਕਾਂਡ ਹੋਇਆ ਸੀ ਉਦੋਂ ਤੋਂ ਲੈ ਕੇ ਸਾਡੇ ਨਾਲ ਖੜੇ ਨੇ ਇਹ, ਤੇ ਅਸੀਂ ਸਾਰਾ ਪਰਿਵਾਰ ਅਸੀਂ ਰਲ ਕੇ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਜੋ ਕਿ ਪੰਥਕ ਦਰਦੀ ਜਥੇਬੰਦੀਆਂ ਜੋ ਸਾਡੇ ਨਾਲ ਖੜੀਆਂ ਸੀ ਪਹਿਲਾਂ ਤੋਂ ਹੀ ਲੈ ਕੇ, ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂਗੇ। ਜੋ ਕਿ ਬਹੁਤ ਜ਼ਿਆਦਾ ਹੋਰ ਸੰਗਤਾਂ ਆਈਆਂ ਸੀ, ਜਿਨ੍ਹਾਂ ਨੇ ਸਾਨੂੰ ਹੌਸਲੇ ਦਿੱਤੇ ਕਿ ਅਸੀਂ ਐਂ ਕਰਾਂਗੇ, ਤੁਹਾਡਾ ਐਂ ਕਰ ਦਾਂਗੇ, ਪਰ ਕੇਸ ਤੋਂ ਬਾਅਦ ਸਾਡੇ ਕੋਈ ਨਹੀਂ ਆ ਕੇ ਕਿਸੇ ਨੇ ਸਾਡੀ ਸਾਰ ਨਹੀਂ ਲਈ। ਪਹਿਲਾਂ ਬਹੁਤ ਜ਼ਿਆਦਾ ਸਪੀਕਰਾਂ ਦੇ ਵਿੱਚ ਲਾਉਂਦੇ ਸੀਗੇ, ਉਹਨਾਂ ਨੇ ਬਹੁਤ ਜ਼ਿਆਦਾ ਉਹ ਕੀਤੀਆਂ ਨੇਗੀਆਂ, ਅਖਬਾਰਾਂ ਦੇ ਵਿੱਚ ਕਢਾਈਆਂ ਨੇਗੀਆਂ ਵੀ ਅਸੀਂ ਐਂ ਕਰਾਂਗੇ, ਵਾਹ ਕਰਾਂਗੇ, ਪਰ ਸਾਡੇ ਨਾਲ ਉਸ ਤੋਂ ਬਾਅਦ ਕੋਈ ਸਿੱਖ ਨਹੀਂ ਖੜਿਆ। ਤੇ ਪਰ ਹੁਣ ਸਾਡੇ ਨਾਲ ਸਿੱਖ ਸੰਗਤ UK ਤੋਂ ਆਏ ਨੇ, ਉਹ ਵੀ ਪਹਿਲਾਂ ਤੋਂ ਹੀ ਲੈ ਕੇ ਬਹੁਤ ਸਾਡਾ ਮਾਣ ਸਤਿਕਾਰ ਦਿੱਤਾ। ਅਸੀਂ ਇਹਨਾਂ ਦੇ ਅੰਤ ਦਿਲੋਂ ਧੰਨਵਾਦ ਕਰਦੇ ਆਂਗੇ, ਜੋ ਕਿ ਸਾਡੇ ਪਰਿਵਾਰ ਦੇ ਵਿੱਚ ਇਹ ਇਸ ਤਰ੍ਹਾਂ ਆਏ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।